ਤਾਂ ਵੈਸੇ ਹੈ 26 ਜਨਵਰੀ ਪਰੇਡ ਕਰਨੀ ਹੈ ਕਿ ਨਹੀਂ ਕਰਨੀ, ਜੇ ਰੱਦ ਕਰਨੀ ਹੈ ਫਿਰ ਅਸੀਂ ਕਿਉਂ, ਫਿਰ ਕਾਹਦੇ ਵਾਸਤੇ, ਫਿਰ ਤਾਂ ਦੇਖਾਂਗੇ ਅਸੀਂ। 26 ਜਨਵਰੀ ਦੂਰ ਪਈ ਹੈ, ਜੇ ਫਰਜ਼ ਕਰਦੇ ਹੁਣ ਕਾਨੂੰਨੀ ਦੀ MSP ਦੀ ਤੇ ਸਰਕਾਰੀ ਖਰੀਦ ਦੀ ਤੇ PDS ਦਾ ਕਾਨੂੰਨ ਬਣਾ ਦਿੰਦੀ ਹੈ ਤੇ ਨਾਲ ਆਹ ਕਰ ਦਿੰਦੇ ਕਾਨੂੰਨ ਰੱਦ, ਫਿਰ ਅਸੀਂ 26 ਜਨਵਰੀ ਦਾ ਕਿਉਂ ਢੀਕਾਂਗੇ। ਖਿਲਾਫੀ ਸੁਣਾ ਦਿੱਤਾ ਹੈ। ਸਾਫ਼ ਤੌਰ ਤੇ ਕਿਸਾਨਾਂ ਨੇ ਕਿਹਾ ਹੈ ਕਿ ਅਸੀਂ ਸਰਕਾਰ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ, ਰੱਦ ਕਰ ਦਿੱਤਾ ਹੈ। ਕਿਸਾਨਾਂ ਦੇ ਇਤਰਾਜ਼ ਤੇ ਸਰਕਾਰ ਦੇ ਵੱਲੋਂ ਵੀ ਜਵਾਬ ਦਿੱਤਾ ਗਿਆ, ਸਾਡੀ ਅਜਿਹੀ ਕੋਈ ਵੀ ਮਨਸ਼ਾ ਨਹੀਂ ਹੈ। ਦਿੱਲੀ ਪੁਲਿਸ ਤੇ ਗੁੰਡਾਗਰਦੀ ਦਰਅਸਲ ਕਿਸਾਨ ਆਗੂਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ। ਸੋ ਮੀਟਿੰਗ ਦੇ ਵਿੱਚ ਦਿੱਲੀ ਪੁਲਿਸ ਦੀ ਕਾਰਵਾਈ ਦਾ ਮੁੱਦਾ ਜਿੱਥੇ ਚੁੱਕਿਆ ਗਿਆ, ਉੱਥੇ ਹੀ ਕਿਸਾਨਾਂ ਨੇ ਮੁੜ ਤੋਂ ਸਾਫ਼ ਕਰ ਦਿੱਤਾ ਜਿਹੜਾ ਪ੍ਰਸਤਾਵ 10ਵੇਂ ਗੇੜ ਦੀ ਬੈਠਕ ਦੇ ਵਿੱਚ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਸੀਗਾ। ਕੱਲ ਲੰਬੇ ਮੰਥਨ ਤੋਂ ਬਾਅਦ ਜਿੱਥੇ ਕਿ ਇਸ ਪ੍ਰਸਤਾਵ ਨੂੰ ਰੱਦ ਕੀਤਾ ਗਿਆ ਸੀਗਾ ਤੇ ਅੱਜ ਬੈਠਕ ਦੀ ਸ਼ੁਰੂਆਤ ਦੇ ਵਿੱਚ ਹੀ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਸਰਕਾਰ ਦਾ ਪ੍ਰਸਤਾਵ ਸਾਨੂੰ ਮਨਜ਼ੂਰ ਨਹੀਂ ਹੈ। ਇਸ ਕਰਕੇ ਕਿਸਾਨਾਂ ਨੇ ਸਾਫ਼ ਕੀਤਾ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ, MSP ਨੂੰ ਕਾਨੂੰਨੀ ਰੂਪ ਦਿੱਤਾ ਜਾਵੇ। ਹੁਣ ਇਹ ਵੇਖਣਾ ਹੋਵੇਗਾ ਕਿ ਇਸ ਤੋਂ ਅੱਗੇ ਕੀ ਹੁੰਦਾ ਹੈ, ਸਰਕਾਰ ਕੀ ਅੱਗੇ ਕੋਈ ਕਦਮ ਵਧਾਉਂਦੀ ਹੈ, ਕੋਈ ਨਵਾਂ ਪ੍ਰਸਤਾਵ ਹੋਰ ਦਿੱਤਾ ਜਾਂਦਾ ਹੈ ਤੇ ਉਸ ਪ੍ਰਸਤਾਵ ਨੂੰ ਲੈ ਕੇ ਕਿਸਾਨਾਂ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ। ਸੋ ਲਗਾਤਾਰ ਇਸ ਮੀਟਿੰਗ ਨੂੰ ਲੈ ਕੇ ਹਰ ਤਰ੍ਹਾਂ ਦੀ ਪਲ-ਪਲ ਦੀ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਕੱਲ ਜਿਵੇਂ ਕਿ ਲੰਬਾ ਮੰਥਨ ਚੱਲਿਆ ਕਿਸਾਨਾਂ ਦਾ, ਕਿਸਾਨ ਜਥੇਬੰਦੀਆਂ ਦਾ, ਉਸ ਨੂੰ ਲੈ ਕੇ ਹਰ ਤਰ੍ਹਾਂ ਦੀ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈ। ਹਰ ਗੇੜ ਦੀ ਬੈਠਕ ਨੂੰ ਲੈ ਕੇ ਸਭ ਤੋਂ ਪਹਿਲਾਂ ਹਰ ਤਰ੍ਹਾਂ ਦੀ ਅਸੀਂ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਈ। ਸਾਡੀ ਇਹੀ ਇੱਕ ਕੋਸ਼ਿਸ਼ ਹੈ ਕਿ ਇਸ ਪੂਰੇ ਅੰਦੋਲਨ ਨੂੰ ਲੈ ਕੇ, ਹਰ ਬੈਠਕ ਨੂੰ ਲੈ ਕੇ, ਕਿਸਾਨੀ ਸੰਘਰਸ਼ ਨੂੰ ਲੈ ਕੇ ਪੂਰੀ ਸਟੀਕ ਭਰੋਸੇਯੋਗ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚ ਸਕੇ। ਸਾਡੀ ਪੂਰੀ ਟੀਮ ਦਿੱਲੀ ਦੇ ਬਾਰਡਰਾਂ ਤੇ ਡਟੀ ਹੋਈ ਹੈ, ਵਿਗਿਆਨ ਭਵਨ 'ਚ ਡਟੀ ਹੋਈ ਹੈ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਬਿਲਕੁਲ ਭਰੋਸੇਯੋਗ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਦੇ ਦਰਸ਼ਕਾਂ ਤੱਕ ਪਹੁੰਚੇ। ਅੱਜ 11ਵੇਂ ਗੇੜ ਦੀ ਬੈਠਕ ਹੋ ਰਹੀ ਹੈ। ਸਾਰੀਆਂ ਦੀਆਂ ਨਜ਼ਰਾਂ ਇਸ ਮੀਟਿੰਗ ਤੇ ਵੀ ਟਿਕੀਆਂ ਹੋਈਆਂ ਨੇ। ਕਿਸਾਨਾਂ ਦਾ ਜਿਵੇਂ ਕਿ ਪਹਿਲਾਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਕਿ ਇਸ ਮੀਟਿੰਗ ਤੋਂ, ਇਸ ਬੈਠਕ ਤੋਂ ਵੀ ਕੋਈ ਜ਼ਿਆਦਾ ਉਹਨਾਂ ਨੂੰ ਉਮੀਦ ਨਜ਼ਰ ਨਹੀਂ ਆ ਰਹੀ, ਪਰ ਸਵਾਲ ਅਜੇ ਬਰਕਰਾਰ ਹੈ ਕਿ ਆਖਰਕਾਰ ਇਸ ਪੂਰੇ ਮੁੱਦੇ ਦਾ ਜਿਹੜਾ ਕਿ ਲਗਾਤਾਰ ਗਰਮਾਇਆ ਹੋਇਆ ਹੈ, ਇੱਕ ਪਾਸੇ ਸਿਆਸੀ ਮੁੱਦਾ ਵੀ ਬਣਿਆ ਹੋਇਆ ਹੈ, ਕਿਸਾਨਾਂ ਦੇ ਵੱਲੋਂ ਮੁੱਦਾ ਚੁੱਕਿਆ ਜਾ ਰਿਹਾ ਹੈ। ਸੋ ਕਿਸਾਨਾਂ ਨੇ ਸਰਕਾਰ ਨੂੰ ਦੋ ਟੁਕ ਕਹਿ ਦਿੱਤਾ ਹੈ, ਕਿਸਾਨਾਂ ਦੀ ਸਰਕਾਰ ਨੂੰ ਦੋ ਟੁਕ, ਕਾਨੂੰਨ ਰੱਦ ਹੋਣ ਤੇ ਹੀ ਅੰਦੋਲਨ ਖਤਮ ਹੋਵੇਗਾ। ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਹ ਅੰਦੋਲਨ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਦੀ ਸਰਕਾਰ ਨੂੰ ਦੋ ਟੁਕ, ਕਾਨੂੰਨ ਰੱਦ ਹੋਣ ਤੇ ਹੀ ਅੰਦੋਲਨ, ਇਹ ਸੰਘਰਸ਼ ਖਤਮ ਕੀਤਾ ਜਾਵੇਗਾ। ਮੀਟਿੰਗ ਦੇ ਵਿੱਚ ਕਿਸਾਨਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਅਸੀਂ ਸਰਕਾਰ ਦੇ ਪ੍ਰਸਤਾਵ ਨੂੰ ਖਾਰਜ ਕੀਤਾ ਹੈ। ਕਿਸਾਨਾਂ ਨੇ ਇਹ ਵੀ ਸਰਕਾਰ ਦੇ ਅੱਗੇ ਸਾਫ਼ ਕਰ ਦਿੱਤਾ ਹੈ। ਕਿਸਾਨਾਂ ਦੇ ਇਤਰਾਜ਼ ਤੇ ਸਰਕਾਰ ਦੇ ਵੱਲੋਂ ਵੀ ਜਵਾਬ ਦਿੱਤਾ ਗਿਆ। ਉੱਥੇ ਗੱਲ ਕੀਤੀ ਜਾਵੇ ਤਾਂ ਜਿਹੜਾ ਪ੍ਰਸਤਾਵ ਦਿੱਤਾ ਗਿਆ ਸੀਗਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ, ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਖੇਤੀ ਕਾਨੂੰਨ ਜਦੋਂ ਤੱਕ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਇਹ ਸੰਘਰਸ਼, ਕਿਸਾਨਾਂ ਦਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਕਿਸਾਨਾਂ ਦੀ ਸਰਕਾਰ ਨੂੰ ਇਹ ਦੋ ਟੁਕ ਹੈ ਕਿ ਕਾਨੂੰਨ ਰੱਦ ਹੋਣ ਤੇ ਹੀ ਕਿਸਾਨੀ ਅੰਦੋਲਨ, ਕਿਸਾਨੀ ਸੰਘਰਸ਼ ਖਤਮ ਹੋਵੇਗਾ। ਸੋ ਕਿਸਾਨਾਂ ਦੇ ਵੱਲੋਂ ਵਾਰ-ਵਾਰ ਆਪਣਾ ਸਟੈਂਡ ਸਪਸ਼ਟ ਕੀਤਾ ਜਾ ਰਿਹਾ ਹੈ। ਗੱਲ ਸਰਕਾਰ ਦੀ ਕੀਤੀ ਜਾਵੇ ਤਾਂ ਪਹਿਲਾਂ 5 ਸੂਤਰੀ ਸੋਧਾਂ ਦਾ ਪ੍ਰਸਤਾਵ ਕਿਸਾਨਾਂ ਦੇ ਕੋਲ ਭੇਜਿਆ ਜਾਂਦਾ ਹੈ। ਉਸ ਪ੍ਰਸਤਾਵ ਨੂੰ ਕਿਸਾਨਾਂ ਦੇ ਵੱਲੋਂ ਰੱਦ ਕੀਤਾ ਜਾਂਦਾ ਹੈ। ਫਿਰ ਸਰਕਾਰ ਦੇ ਵੱਲੋਂ 1.5 ਸਾਲ ਤੱਕ ਖੇਤੀ ਕਾਨੂੰਨਾਂ ਤੇ ਰੋਕ ਲਗਾਉਣ ਦਾ ਪ੍ਰਸਤਾਵ ਭੇਜਿਆ ਜਾਂਦਾ ਹੈ। ਉਸ ਪ੍ਰਸਤਾਵ ਨੂੰ ਵੀ ਕਿਸਾਨਾਂ ਦੇ ਵੱਲੋਂ ਰੱਦ ਕੀਤਾ ਜਾਂਦਾ ਹੈ। ਅੱਜ 11ਵੇਂ ਗੇੜ ਦੀ ਬੈਠਕ ਹੋ ਰਹੀ ਹੈ ਤੇ ਇਸ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਕਾਨੂੰਨ ਰੱਦ ਹੋਣ ਤੇ ਹੀ ਇਹ ਸੰਘਰਸ਼, ਇਹ ਅੰਦੋਲਨ ਖਤਮ ਹੋਵੇਗਾ। ਸੋ ਸਾਫ਼-ਸਾਫ਼ ਕਹਿ ਦਿੱਤਾ ਹੈ ਕਿਸਾਨਾਂ ਦੀ ਸਰਕਾਰ। रुख करते हैं फिर विज्ञान भवन का ग्राउंड जीरो का, जिथों मेरे सहयोगी पंकज कपाही जुड़े हुए हैं। जी पंकज, साफ-साफ कह दिता है कि जदों तक कानून रद्द नहीं होंदे संघर्ष, अंदोलन अपने आप दे विच जारी रहेगा लगातार। बिल्कुल बिल्कुल परमिंदर, इस वेले दी अहम अंदरों जानकारी जो मिल रही है कि जदों प्रपोजल रिजेक्ट किया मंत्रियों के सामने साफ तौर पर कहता कि तुहाडा प्रपोजल मंजूर नहीं है और उस वेले कह दिता कि तुसीं कोई भी नवा प्रपोजल दिओ, लेकिन ਜਦੋਂ ਕਾਨੂੰਨ ਰੱਦ ਹੋਣਗੇ ਉਸ ਤੋਂ ਬਾਅਦ ਹੀ ਵਾਪਸ ਜਾਵਾਂਗੇ, ਚਾਹੇ ਜਿੰਨੀ ਦੇਰ ਮਰਜ਼ੀ ਬੈਠਣਾ ਪੈ ਜਾਏ, ਚਾਹੇ 6 ਮਹੀਨੇ ਲੱਗ ਜਾਣ, ਚਾਹੇ 1 ਸਾਲ ਲੱਗ ਜਾਏ, ਚਾਹੇ 2 ਸਾਲ ਲੱਗ ਜਾਣ। ਅਸੀਂ ਇਸੇ ਤਰੀਕੇ ਦੇ ਨਾਲ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਰਵਾਂਗੇ, ਉੱਥੋਂ ਵਾਪਸ ਨਹੀਂ ਮੁੜਨ ਵਾਲੇ। ਇਸ ਗੱਲ ਦਾ ਵੀ ਸਾਫ਼ ਜਿਹੜਾ ਵੈ ਮੰਤਰੀਆਂ ਦੇ ਸਾਹਮਣੇ ਜ਼ਿਕਰ ਕੀਤਾ, ਖੇਤੀਬਾੜੀ ਮੰਤਰੀ ਦੇ ਸਾਹਮਣੇ ਜ਼ਿਕਰ ਕੀਤਾ ਔਰ ਸਾਫ਼ ਕਿਹਾ ਕਿ ਤੁਹਾਡਾ ਪ੍ਰਪੋਜ਼ਲ ਰਿਜੈਕਟ ਕਰ ਰਹੇ ਹਾਂ ਔਰ ਤਿੰਨੇ ਕਾਨੂੰਨ ਵਾਪਸ ਕਰਾ ਕੇ ਹੀ ਅੰਦੋਲਨ ਜਿਹੜਾ ਵਾ ਉਹ ਖਤਮ ਕੀਤਾ ਜਾਏਗਾ। ਇਸ ਗੱਲ ਦੀ ਤਸਦੀਕ ਜਿਹੜੀ ਹੈ ਉਹ ਮੀਟਿੰਗ ਦੇ ਸ਼ੁਰੂ ਹੁੰਦਿਆਂ ਨਾਲ ਹੀ 7 ਮਿੰਟ ਬਾਅਦ ਜਿਹੜੀ ਇਹ ਗੱਲ ਰੱਖੀ ਗਈ। ਸ਼ੁਰੂਆਤੀ ਦੌਰ 'ਚ ਰੁਲਦੂ ਸਿੰਘ ਹੋਰਾਂ ਦਾ ਜ਼ਿਕਰ ਹੋਇਆ ਔਰ ਉਸ ਤੋਂ ਬਾਅਦ ਇਹ ਗੱਲ ਜਿਹੜੀ ਆ ਮੰਤਰੀਆਂ ਦੇ ਸਾਹਮਣੇ ਕਿਸਾਨ ਆਗੂਆਂ ਨੇ ਰੱਖੀ ਹੈ। ਪਰਮਿੰਦਰ, ਅੱਛਾ ਪੰਕਜ, ਗੱਲ ਕੀਤੀ ਜਾਵੇ ਕਿਉਂਕਿ
ਕਿਸਾਨਾਂ ਦੇ ਵੱਲੋਂ ਸਾਫ਼ ਕੀਤਾ ਜਾ ਚੁੱਕਾ ਹੈ ਕਿ ਟਰੈਕਟਰ ਪਰੇਡ ਹਰ ਹਾਲ ਦੇ ਵਿੱਚ ਗਣਤੰਤਰ ਦਿਹਾੜੇ ਤੇ ਕੱਢੀ ਜਾਵੇਗੀ ਤੇ ਇਹ ਮੰਨਿਆ ਜਾ ਰਿਹਾ ਕਿ ਇਸ ਵਿਚਾਲੇ ਸਭ ਤੋਂ ਵੱਡਾ ਇੱਕ ਸਰਕਾਰ ਤੇ ਪ੍ਰੈਸ਼ਰ ਹੈ। ਸਰਕਾਰ ਦੀ ਵੀ ਕੋਸ਼ਿਸ਼ ਹੈ ਕਿ ਮਸਲੇ ਦਾ ਹੱਲ ਕਿਸੇ ਨਾ ਕਿਸੇ ਤਰ੍ਹਾਂ ਕੱਢਿਆ ਜਾਵੇ। ਸੋ ਵਿਚਕਾਰ ਦਾ ਕੋਈ ਰਸਤਾ ਨਿਕਲ ਸਕਦਾ ਹੈ ਕਿਉਂਕਿ ਕਿਸਾਨਾਂ ਨੇ ਤਾਂ ਸਾਫ਼ ਕਰ ਦਿੱਤਾ ਹੈ ਕਿ ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਸੰਘਰਸ਼ ਜਾਰੀ ਰਹੇਗਾ। ਸੋ ਸਰਕਾਰ ਦਾ ਅਗਲਾ ਕਦਮ, ਅਗਲਾ ਸਟੈਪ ਕਿਸ ਤਰ੍ਹਾਂ ਦਾ ਹੋ ਸਕਦਾ ਹੈ, ਇਹ ਵੀ ਅਜੇ ਇੱਕ ਸਵਾਲ ਬਰਕਰਾਰ ਹੈ। ਸਰਕਾਰ ਦੇ ਵੱਲੋਂ ਕੋਈ ਕਦਮ ਅੱਗੇ ਵੱਧ ਸਕਦਾ ਹੈ? ਅੱਜ ਦੀ ਬੈਠਕ, ਅੱਜ ਦੀ ਮੀਟਿੰਗ ਦੇ ਵਿੱਚ ਕੋਈ ਗੱਲ ਅੱਗੇ ਵੱਧ ਸਕਦੀ ਹੈ, ਕਿਸੇ ਸਿੱਟੇ ਤੱਕ ਪਹੁੰਚ ਸਕਦੀ ਹੈ? ਦੇਖੋ, ਪਿਛਲੀ ਮੀਟਿੰਗ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਪ੍ਰਪੋਜ਼ਲ ਦਿੱਤਾ ਸੀ, 20 ਤਰੀਕ ਨੂੰ ਪ੍ਰਪੋਜ਼ਲ ਦਿੱਤਾ ਸੀ ਔਰ ਮੀਟਿੰਗ ਤੋਂ ਬਾਅਦ ਕੁਝ ਜਥੇਬੰਦੀਆਂ ਕਹਿ ਰਹੀਆਂ ਸੀਗੀਆਂ ਕਿ ਸਰਕਾਰ ਦਾ ਚੰਗਾ ਪ੍ਰਪੋਜ਼ਲ ਆਇਆ, ਵਿਚਾਰ ਵਟਾਂਦਰਾ ਕੀਤਾ ਜਾਏਗਾ, VOTING ਵੀ ਹੋਈ, ਵਿਚਾਰ ਵਟਾਂਦਰੇ ਵੀ ਹੋਏ, 10 ਘੰਟੇ ਬੈਠਕ ਚੱਲੀ ਗੱਲ ਔਰ ਸਰਕਾਰ ਨੂੰ ਉਮੀਦ ਸੀਗੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਮਸਲੇ ਦਾ ਹੱਲ ਹੋ ਜਾਏਗਾ। ਅੱਜ ਦੀ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਇਸ ਪ੍ਰਪੋਜ਼ਲ ਨੂੰ ਮੰਨ ਲੈਣਗੀਆਂ। ਲੇਕਿਨ ਹੁਣ ਸਰਕਾਰ ਦੇ ਸਾਹਮਣੇ ਜਦੋਂ ਮੀਟਿੰਗ ਦੇ ਸ਼ੁਰੂਆਤ 'ਚ ਹੀ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਅੰਦੋਲਨ ਉਦੋਂ ਹੀ ਮੁੱਕੇਗਾ ਜਦੋਂ ਤਿੰਨੇ ਕਾਨੂੰਨ ਰੱਦ ਹੋਣਗੇ, ਤਾਂ ਜ਼ਿਆਦਾ ਵਿਕਲਪ ਸਰਕਾਰ ਦੇ ਕੋਲ ਬਚੇ ਨਹੀਂ ਹੈ। ਸਰਕਾਰ ਇਹ ਸੋਚ ਰਹੀ ਸੀ ਕਿ ਸ਼ਾਇਦ ਕਿਸਾਨ ਜਥੇਬੰਦੀਆਂ ਬਾਰਗੇਨਿੰਗ ਕਰਨਗੀਆਂ ਕਿ 1.5 ਤੋਂ 2 ਸਾਲ ਨਹੀਂ, 3 ਜਾਂ 4 ਸਾਲ ਜਾਂ ਫਿਰ ਉਸ ਤੋਂ ਜ਼ਿਆਦਾ ਸਮਾਂ ਲੱਗਿਆ ਤਾਂ ਉਦੋਂ ਤੱਕ ਕਾਨੂੰਨਾਂ ਨੂੰ ਰੋਕ ਲਗਾ ਦਿੱਤੀ ਜਾਵੇ ਔਰ ਸਰਕਾਰ ਇਸ ਗੱਲ ਨੂੰ ਮੰਨ ਵੀ ਸਕਦੀ ਸੀ। ਲੇਕਿਨ ਜਦੋਂ ਮੀਟਿੰਗ ਦੇ ਸ਼ੁਰੂਆਤ ਵਿੱਚ ਹੀ ਇਸ ਗੱਲ ਦਾ ਜ਼ਿਕਰ ਕਿਸਾਨ ਜਥੇਬੰਦੀਆਂ ਵੱਲੋਂ ਕਰ ਦਿੱਤਾ ਗਿਆ ਕਿ ਮੀਟਿੰਗ ਲਈ ਅਸੀਂ ਭੱਜਾਂਗੇ ਨਹੀਂ, ਹਰ ਮੀਟਿੰਗ 'ਚ ਜਦੋਂ ਵੀ ਸਰਕਾਰ ਬੁਲਾਏਗੀ ਅਸੀਂ ਆਵਾਂਗੇ, ਲੇਕਿਨ ਅੰਦੋਲਨ ਉਦੋਂ ਹੀ ਖਤਮ ਹੋਏਗਾ ਜਦੋਂ ਤਿੰਨੇ ਕਾਨੂੰਨ ਜਿਹੜੇ ਨੇ ਉਹ ਰੱਦ ਹੋਣਗੇ। ਇਸ ਤੋਂ ਇਲਾਵਾ ਕੋਈ ਪ੍ਰਪੋਜ਼ਲ ਮਨਜ਼ੂਰ ਨਹੀਂ ਹੈ। ਤਾਂ ਇਸ ਵੇਲੇ ਸਰਕਾਰ ਦੇ ਸਾਹਮਣੇ ਵੀ ਚਿੰਤਾ ਵੱਧ ਗਈ ਔਰ ਸਰਕਾਰ ਕੋਲ ਜ਼ਿਆਦਾ ਵਿਕਲਪ ਇਸ ਵੇਲੇ ਬਚ ਨਹੀਂ ਰਹੇ ਕਾਨੂੰਨ ਰੱਦ ਕਰਨ ਤੋਂ ਇਲਾਵਾ। ठीक है पंकज, लगातार बने रहो अपडेट फिर थोड़ा रुख करांगे। विज्ञान भवन तो लगातार मेरे सहयोगी पंकज कपाई हर तरह की अपडेट, हर तरह की जानकारी साडे दर्शकों तक पहुंचा रहे हैं। साडी यही कोशिश है कि इस मीटिंग नूं लैके, किसानी अंदोलन नूं लैके हर तरह की अपडेट, हर तरह की तस्वीर साडे दर्शकों तक पहुंचे। सो हुण तक की सब तो वड्डी अपडेट यही है हुण तक की कि किसानां ने सरकार नूं साफ कर दिता है कि कानून रद्द होने ते ही अंदोलन खत्म होवेगा, खेती कानून रद्द किए जाण, MSP नूं कानूनी रूप दिता जावे। मीटिंग दे विच किसानां ने अपना फैसला सुना दिता है। ਅਸੀਂ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ, ਖਾਰਜ ਕਰ ਦਿੱਤਾ ਹੈ। ਇਹ ਜਾਣਕਾਰੀ ਵੀ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਦੇ ਦਿੱਤੀ ਗਈ ਹੈ ਕਿਉਂਕਿ ਕੱਲ ਕਰੀਬ 10 ਘੰਟੇ ਦਾ ਲੰਬਾ ਮੰਥਨ ਚੱਲਿਆ ਸੀਗਾ ਕਿਸਾਨ ਜਥੇਬੰਦੀਆਂ, ਜਿਸ ਦੇ ਵਿੱਚ ਇਸ ਪ੍ਰਸਤਾਵ ਨੂੰ ਰੱਦ ਕੀਤਾ ਗਿਆ ਸੀਗਾ ਤੇ ਅੱਜ ਫਿਰ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ ਤੇ ਕਾਨੂੰਨ ਰੱਦ ਹੋਣ ਤੇ ਹੀ ਅੰਦੋਲਨ ਖਤਮ ਹੋਵੇਗਾ। ਇਹ ਵੀ ਸਾਫ਼ ਕੀਤਾ ਗਿਆ ਕਿਸਾਨਾਂ ਦੇ ਵੱਲੋਂ। ਸੋ ਕਿਸਾਨਾਂ ਦੇ ਵੱਲੋਂ ਵਾਰ-ਵਾਰ ਆਪਣਾ ਸਟੈਂਡ ਸਪਸ਼ਟ ਕੀਤਾ ਜਾ ਰਿਹਾ। ਹੁਣ ਗੱਲ ਸਰਕਾਰ ਦੀ ਕੀਤੀ ਜਾਵੇ ਤਾਂ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਦੇ ਲੱਗੂ ਕੀ ਕਦਮ ਨਿਕਲਦਾ ਹੈ। ਸਿੱਧਾ ਰੁਖ ਕਰਦੇ ਹਾਂ ਪੰਕਜ ਕਪਾਈ ਦਾ। ਪੰਕਜ, ਕੀ ਅਪਡੇਟ? ਬਿਲਕੁਲ ਪਰਵਿੰਦਰ, ਅੰਦਰੋਂ ਜੋ ਜਾਣਕਾਰੀ ਮਿਲ ਰਹੀ ਹੈ, ਜਦੋਂ ਤਿੰਨੇ ਕਾਨੂੰਨਾਂ ਨੂੰ ਪ੍ਰਪੋਜ਼ਲ ਨੂੰ ਠੁਕਰਾ ਦਿੱਤਾ ਗਿਆ, ਸਰਕਾਰ ਦੇ ਪ੍ਰਪੋਜ਼ਲ ਨੂੰ ਠੁਕਰਾ ਦਿੱਤਾ ਗਿਆ, ਤਾਂ ਫਿਰ ਮੰਤਰੀ ਵੱਲੋਂ ਕਿਹਾ ਗਿਆ, ਖੇਤੀਬਾੜੀ ਮੰਤਰੀ ਵੱਲੋਂ ਕਿਹਾ ਗਿਆ ਕਿ ਫਿਰ ਇੱਕ ਬ੍ਰੇਕ ਲੈ ਲੈਂਦੇ ਆ, ਬ੍ਰੇਕ ਤੋਂ ਬਾਅਦ ਅੱਗੇ ਚਰਚਾ ਕਰਾਂਗੇ। ਇਸ ਵੇਲੇ ਬ੍ਰੇਕ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਔਰ ਤਿੰਨੋਂ ਮੰਤਰੀ ਜਿਹੜੇ ਨੇ ਉਹ ਅਲੱਗ ਤੋਂ ਦੂਸਰੇ ਕਮਰੇ ਦੇ ਵਿੱਚ ਚਲੇ ਗਏ ਨੇ। ਕਿਸਾਨ ਆਗੂ ਜਿਹੜੇ ਨੇ ਉਸੇ ਹਾਲ ਦੇ ਵਿੱਚ ਬੈਠੇ ਹੋਏ ਨੇ, ਲੇਕਿਨ ਮੰਤਰੀ ਉੱਠ ਕੇ ਬਾਹਰ ਚਲੇ ਗਏ ਨੇ। ਬ੍ਰੇਕ ਜਿਹੜੀ ਹੈ ਉਹ ਮੰਤਰੀਆਂ ਵੱਲੋਂ ਲਿੱਤੀ ਗਈ ਹੈ। ਇਹ ਅਹਿਮ ਜਾਣਕਾਰੀ ਅੰਦਰੋਂ ਮਿਲ ਰਹੀ ਹੈ। ਇਸ ਵੇਲੇ ਮੀਟਿੰਗ ਸ਼ੁਰੂ ਹੋਣ ਤੋਂ ਮਹਿਜ਼ 12 ਤੋਂ 15 ਮਿੰਟ ਬਾਅਦ ਹੀ, ਕਿਉਂਕਿ 12:50 ਤੇ ਮੀਟਿੰਗ ਸ਼ੁਰੂ ਹੋਈ ਸੀਗੀ ਔਰ 1:09 ਤੇ ਬ੍ਰੇਕ ਜਿਹੜੀ ਹੈ ਉਹ ਲੈ ਲਿੱਤੀ ਗਈ, ਯਾਨੀ ਕਿ ਮਹਿਜ਼ 18 ਮਿੰਟ ਮੀਟਿੰਗ ਚੱਲੀ। ਮੀਟਿੰਗ ਦੇ ਵਿੱਚ ਰੁਲਦੂ ਸਿੰਘ ਦਾ ਮਸਲਾ ਉੱਠਿਆ। ਮੀਟਿੰਗ ਦੇ ਵਿੱਚ ਸਰਕਾਰ ਦੇ ਸਾਹਮਣੇ ਜਦੋਂ ਕਾਨੂੰਨ ਨੂੰ, ਜੋ ਸਰਕਾਰ ਦੇ ਸਾਹਮਣੇ ਜੋ ਪ੍ਰਪੋਜ਼ਲ ਸਰਕਾਰ ਦਾ ਸੀਗਾ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ ਔਰ ਇਹ ਕਿਹਾ ਗਿਆ ਕਿ ਅੰਦੋਲਨ ਉਦੋਂ ਹੀ ਖਤਮ ਹੋਏਗਾ ਜਦੋਂ ਤਿੰਨੇ ਕਾਨੂੰਨ ਵਾਪਸ ਹੋਣਗੇ, ਉਸ ਤੋਂ ਇਲਾਵਾ ਅੰਦੋਲਨ ਖਤਮ ਨਹੀਂ ਹੋਏਗਾ। ਤਾਂ ਬ੍ਰੇਕ ਜਿਹੜੀ ਹੈ ਉਹ ਲੈ ਲਿੱਤੀ ਗਈ। ਬ੍ਰੇਕ ਇਸ ਵੇਲੇ ਜਿਹੜੀ ਹੈ ਉਹ ਲਿੱਤੀ ਗਈ ਔਰ ਮੰਤਰੀ ਅਲੱਗ ਤੋਂ ਦੂਸਰੇ ਕਮਰੇ ਦੇ ਵਿੱਚ ਬੈਠ ਗਏ ਨੇ, ਆਪਸ ਚਰਚਾ ਕਰ ਰਹੇ ਨੇ। ਸ਼ਾਇਦ ਹੋਮ ਮਿਨਿਸਟਰ ਦੇ ਨਾਲ ਵੀ ਗੱਲਬਾਤ ਟੈਲੀਫੋਨ ਤੇ ਕਰਨਗੇ ਕਿ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਹੈ, ਦਿੱਲੀ ਪੁਲਿਸ ਬਾਰੇ ਕਹਿਣਾ ਹੈ ਔਰ ਨਾਲ ਹੀ ਨਾਲ ਸਾਫ਼ ਕਰ ਦਿੱਤਾ ਹੈ ਕਿ ਅੰਦੋਲਨ ਉਦੋਂ ਹੀ ਖਤਮ ਹੋਏਗਾ ਜਦੋਂ ਬਕਾਇਦਾ ਤੌਰ ਤੇ ਤਿੰਨੇ ਕਾਨੂੰਨ ਜਿਹੜੇ ਨੇ ਉਹ ਰੱਦ ਹੋਣਗੇ। ਇਹ ਦੋ ਟੁਕ ਜਿਹੜੀ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਦੇ ਸਾਹਮਣੇ ਗੱਲ ਰੱਖ ਦਿੱਤੀ ਹੈ।
ਜੀ ਜੀ ਮੀਟਿੰਗ ਦੇ ਵਿੱਚ ਫਿਲਹਾਲ ਬ੍ਰੇਕ ਲਈ ਗਈ ਹੈ। ਬ੍ਰੇਕ ਤੋਂ ਬਾਅਦ ਚ ਫਿਰ ਤੋਂ ਗੱਲਬਾਤ ਦਾ ਸਿਲਸਿਲਾ ਅੱਗੇ ਤੁਰੇਗਾ। ਖੇਤੀ ਮੰਤਰੀ ਤੋਮਰ ਨੇ ਕਿਸਾਨਾਂ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਹੈ ਕਿ ਪ੍ਰਸਤਾਵ ਤੇ ਮੁੜ ਵਿਚਾਰ ਕਰ ਲੈਣ ਕਿਸਾਨ। ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਪੰਕਜ, ਜਿਵੇਂ ਕਿ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਪਰ ਕਿਉਂਕਿ ਲੰਬਾ ਮੰਥਨ ਪਹਿਲਾਂ ਹੀ ਕੱਲ ਚੱਲ ਚੁੱਕਾ ਹੈ, 10 ਘੰਟੇ ਦਾ ਮੰਥਨ ਹੋਇਆ ਸੀਗਾ। ਉਸ ਤੋਂ ਬਾਅਦ ਚ ਕਿਸਾਨਾਂ ਨੇ ਫੈਸਲਾ ਲਿਆ ਸੀਗਾ ਕਿ ਪ੍ਰਸਤਾਵ ਸਰਕਾਰ ਦੇ ਰੱਦ ਕੀਤੇ ਜਾਂਦੇ ਨੇ। ਹਾਲਾਂਕਿ ਖੇਤੀ ਮੰਤਰੀ ਵੱਲੋਂ ਲਗਾਤਾਰ ਇਹ ਅਪੀਲ ਕੀਤੀ ਜਾ ਰਹੀ ਕਿ ਮੁੜ ਵਿਚਾਰ ਕਰ ਲਿਆ ਜਾਵੇ। ਬਿਲਕੁਲ ਲਗਾਤਾਰ ਅਪੀਲ ਜ਼ਰੂਰ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਖੇਤੀਬਾੜੀ ਮੰਤਰੀ ਕਰ ਰਹੇ ਨੇ, ਲੇਕਿਨ ਇਸ ਵੇਲੇ ਬਕਾਇਦਾ ਤੌਰ ਤੇ ਜਦੋਂ ਦੋ ਟੁਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਹਿ ਦਿੱਤਾ ਕਿ ਅੰਦੋਲਨ ਉਦੋਂ ਹੀ ਖਤਮ ਹੋਏਗਾ ਜਦੋਂ ਤਿੰਨੇ ਕਾਨੂੰਨ ਰੱਦ ਹੋਣਗੇ, ਤਾਂ ਜ਼ਿਆਦਾ ਵਿਕਲਪ ਨਹੀਂ ਬਚੇ ਔਰ ਇਸੇ ਵਜ੍ਹਾ ਕਰਕੇ ਬ੍ਰੇਕ ਜਿਹੜੀ ਆ ਉਹ ਲੈ ਲਿੱਤੀ ਗਈ ਹੈ। ਤਸਵੀਰਾਂ ਵਿਗਿਆਨ ਭਵਨ ਦੇ ਬਾਹਰ ਦੀਆਂ ਦਿਖਾ ਰਹੇ ਹਾਂ। ਹਲਚਲ ਇਸ ਵੇਲੇ ਵਧੀ ਹੋਈ ਹੈ ਕਿਉਂਕਿ ਪਹਿਲੀ ਵਾਰ ਹੈ ਕਿ ਮੀਟਿੰਗ ਦੇ 18 ਮਿੰਟਾਂ ਦੇ ਅੰਦਰ ਹੀ ਬ੍ਰੇਕ ਜਿਹੜੀ ਹੈ ਉਹ ਲੈ ਲਿੱਤੀ ਗਈ ਹੈ। ਮੀਟਿੰਗ ਦੇ 18 ਮਿੰਟ ਦੇ ਵਿੱਚ ਹੀ ਬ੍ਰੇਕ ਜਿਹੜੀ ਹੈ ਉਹ ਲਿੱਤੀ ਗਈ ਹੈ ਔਰ ਇਸੇ ਵਜ੍ਹਾ ਕਰਕੇ ਹਲਚਲ ਵੀ ਇੱਥੇ ਵੱਧ ਗਈ ਹੈ ਔਰ ਕਿਸ ਤਰੀਕੇ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਹੋਏਗੀ ਇਹ ਕਾਫੀ ਅਹਿਮ ਰਹਿਣ ਵਾਲੀ ਹੈ। ਪੰਕਜ, ਕੀ ਮੰਨਿਆ ਜਾਵੇ ਜਿਹੜੀ ਬ੍ਰੇਕ ਲਈ ਗਈ ਹੈ ਕਿੰਨੀ ਕੁ ਲੰਬੀ ਚੱਲ ਸਕਦੀ ਹੈ, ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅਲੱਗ ਮੀਟਿੰਗ ਕੀਤੀ ਜਾ ਰਹੀ ਹੈ ਇਸ ਵੇਲੇ ਕੇਂਦਰੀ ਮੰਤਰੀਆਂ ਦੇ ਵੱਲੋਂ। ਫਿਲਹਾਲ ਬ੍ਰੇਕ ਲਈ ਗਈ ਹੈ, ਵੱਡੀ ਜਾਣਕਾਰੀ ਮੇਰੇ ਸਹਿਯੋਗੀ ਪੰਕਜ ਕਪਾਹੀ ਦੇ ਰਹੇ ਨੇ। ਫਿਲਹਾਲ ਬ੍ਰੇਕ ਲਈ ਗਈ ਹੈ ਤੇ ਬ੍ਰੇਕ ਤੋਂ ਬਾਅਦ ਹੀ ਗੱਲਬਾਤ ਅੱਗੇ ਚੱਲੇਗੀ, ਗੱਲਬਾਤ ਦਾ ਸਿਲਸਿਲਾ ਅੱਗੇ ਚੱਲੇਗਾ। ਤੇ ਇੱਕ ਵਾਰ ਫਿਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਪ੍ਰਸਤਾਵ ਤੇ ਮੁੜ ਵਿਚਾਰ ਕਰ ਲੈਣ ਕਿਸਾਨ। ਮੁੜ ਵਿਚਾਰਨ ਦੀ ਅਪੀਲ ਕੀਤੀ ਗਈ ਹੈ ਤੇ ਫਿਲਹਾਲ ਅਲੱਗ ਬੈਠਕ ਕੀਤੀ ਜਾ ਰਹੀ ਹੈ ਕੇਂਦਰੀ ਮੰਤਰੀਆਂ ਦੇ ਵੱਲੋਂ। ਬ੍ਰੇਕ ਲਈ ਗਈ ਹੈ, ਹੁਣੇ ਵੇਖਣਾ ਹੋਵੇਗਾ ਕਿ ਕਿੰਨੀ ਕੁ ਲੰਬੀ ਬ੍ਰੇਕ ਚੱਲਦੀ ਹੈ। ਉਸ ਤੋਂ ਬਾਅਦ ਜਿਹੜੀ ਗੱਲਬਾਤ ਸ਼ੁਰੂ ਹੁੰਦੀ ਹੈ ਉਹ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੇ ਖਤਮ ਹੁੰਦੀ ਹੈ, ਕੋਈ ਨਵਾਂ ਪ੍ਰਸਤਾਵ ਦਿੱਤਾ ਜਾਂਦਾ ਹੈ ਜਾਂ ਨਹੀਂ। ਹਾਲਾਂਕਿ ਖੇਤੀ ਮੰਤਰੀ ਤੋਮਰ ਫਿਰ ਅਪੀਲ ਕਰ ਰਹੇ ਨੇ ਕਿਸਾਨਾਂ ਨੂੰ ਕਿ ਜਿਹੜਾ ਪ੍ਰਸਤਾਵ ਸਰਕਾਰ ਦੇ ਵੱਲੋਂ 1.5 ਸਾਲ ਦੇ ਲਈ ਖੇਤੀ ਕਾਨੂੰਨਾਂ ਤੇ ਰੋਕ ਲਗਾਉਣ ਦਾ ਦਿੱਤਾ ਗਿਆ ਸੀਗਾ ਉਹਨੂੰ ਫਿਰ ਵਿਚਾਰ ਲੈਣ, ਮੁੜ ਵਿਚਾਰ ਕਰ ਲੈਣ। ਪਰ ਗੱਲ ਕਿਸਾਨਾਂ ਦੀ ਕੀਤੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਕੱਲ ਲੰਬਾ ਮੰਥਨ ਹੋ ਚੁੱਕਾ ਹੈ, ਇਸ ਤੇ ਕਰੀਬ 10 ਘੰਟੇ ਮੰਥਨ ਚੱਲਿਆ ਸੀਗਾ, ਜਿਸ ਤੋਂ ਬਾਅਦ ਚ ਇਹ ਪੂਰਾ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਗਿਆ ਕਿ ਕੇਂਦਰ ਦਾ ਜਿਹੜਾ ਪ੍ਰਸਤਾਵ ਹੈ ਉਹ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। ਅੱਜ ਮੀਟਿੰਗ ਦੀ ਸ਼ੁਰੂਆਤ ਦੇ ਵਿੱਚ ਹੀ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਤੁਹਾਡਾ ਜਿਹੜਾ ਪ੍ਰਸਤਾਵ ਹੈ ਉਹ ਅਸੀਂ ਖਾਰਜ ਕਰ ਚੁੱਕੇ ਹਾਂ। ਜਿੰਨੀ ਦੇਰ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਹ ਕਿਸਾਨੀ ਅੰਦੋਲਨ, ਕਿਸਾਨੀ ਸੰਘਰਸ਼ ਜਾਰੀ ਰਹੇਗਾ। ਹਾਲਾਂਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਮੁੜ ਤੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਜਿਹੜਾ ਪ੍ਰਸਤਾਵ ਸਰਕਾਰ ਦੇ ਵੱਲੋਂ ਦਿੱਤਾ ਗਿਆ ਉਸ ਤੇ ਮੁੜ ਵਿਚਾਰ ਕਰ ਲਿਆ ਜਾਵੇ। ਤੇ ਜਦੋਂ ਇਹ ਪੂਰੀ ਗੱਲਬਾਤ ਹੋਈ ਤਾਂ ਨਰਿੰਦਰ ਤੋਮਰ ਨੇ ਕਿਹਾ ਕਿ ਫਿਲਹਾਲ ਇੱਕ ਛੋਟੀ ਬ੍ਰੇਕ ਲੈ ਲੈਂਦੇ ਆ, ਉਸ ਤੋਂ ਬਾਅਦ ਚ ਅਗਲੀ ਗੱਲਬਾਤ ਕਰਾਂਗੇ। ਫਿਲਹਾਲ ਕੇਂਦਰੀ ਮੰਤਰੀਆਂ ਦੇ ਵੱਲੋਂ ਅਲੱਗ ਬੈਠਕ ਕੀਤੀ ਜਾ ਰਹੀ ਹੈ, ਅਲੱਗ ਗੱਲਬਾਤ ਕੀਤੀ ਜਾ ਰਹੀ ਹੈ ਕਿ ਅੱਗੇ ਗੱਲਬਾਤ ਕਿਵੇਂ ਤੋਰਨੀ ਹੈ, ਅਗਲੀ ਗੱਲ ਕਿਵੇਂ ਵਧਾਉਣੀ ਹੈ, ਕੀ ਸਰਕਾਰ ਦੇ ਵੱਲੋਂ ਕੋਈ ਅੱਗੇ ਕਦਮ ਵਧਾਇਆ ਜਾਂਦਾ ਜਾਂ ਨਹੀਂ, ਇਹ ਅਜੇ ਵੱਡਾ ਸਵਾਲ ਹੈ। ਪਰ ਫਿਲਹਾਲ ਬ੍ਰੇਕ ਲਈ ਗਈ ਹੈ। ਹਰ ਤਰ੍ਹਾਂ ਦੀ ਅਪਡੇਟ, ਹਰ ਤਰ੍ਹਾਂ ਦੀ ਤਸਵੀਰ ਅਸੀਂ ਇਸ ਪੂਰੀ ਮੀਟਿੰਗ ਨੂੰ ਲੈ ਕੇ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਵਿਗਿਆਨ ਭਵਨ ਤੋਂ ਮੇਰੇ ਸਹਿਯੋਗੀ ਲਗਾਤਾਰ ਪੰਕਜ ਕਪਾਹੀ ਬਣੇ ਹੋਏ ਨੇ, ਸੋ ਰੇੜਕਾ ਅਜੇ ਵੀ ਬਰਕਰਾਰ ਨਜ਼ਰ ਆ ਰਿਹਾ ਹੈ। 11ਵੇਂ ਗੇੜ ਦੀ ਬੈਠਕ ਅੱਜ ਹੋ ਰਹੀ ਹੈ। 10 ਗੇੜ ਦੀਆਂ ਬੈਠਕਾਂ ਪਹਿਲਾਂ ਹੋ ਚੁੱਕੀਆਂ ਨੇ। 10ਵੇਂ ਗੇੜ ਦੀ ਬੈਠਕ ਦੇ ਵਿੱਚ ਹੀ ਸਰਕਾਰ ਦੇ ਵੱਲੋਂ ਪ੍ਰਸਤਾਵ ਰੱਖਿਆ ਗਿਆ ਸੀਗਾ ਕਿਸਾਨਾਂ ਦੇ ਅੱਗੇ ਕਿ 1.5 ਸਾਲ ਤੱਕ ਕਾਨੂੰਨਾਂ ਤੇ ਰੋਕ ਲਗਾ ਦਿੰਦੇ ਆ ਤੇ ਇਸ ਨੂੰ ਲੈ ਕੇ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇਣ ਦੇ ਲਈ ਵੀ ਤਿਆਰ ਹੈ। ਪਰ ਕਿਸਾਨ ਇਸ ਪ੍ਰਸਤਾਵ ਨੂੰ ਰੱਦ ਕਰ ਚੁੱਕੇ ਨੇ ਤੇ ਜਿਸ ਤੋਂ ਬਾਅਦ ਅੱਜ 11ਵੇਂ ਗੇੜ ਦੀ ਬੈਠਕ ਹੋ ਰਹੀ ਹੈ, ਜਿਸ ਤੇ ਕਿ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਇਸ ਬੈਠਕ ਦੇ ਵਿੱਚੋਂ ਵੀ ਕੋਈ ਮਸਲੇ ਦਾ ਹੱਲ ਨਿਕਲੇਗਾ ਜਾਂ ਪਹਿਲੀਆਂ ਬੈਠਕਾਂ ਦੀ ਤਰ੍ਹਾਂ ਅੱਜ ਦੀ ਬੈਠਕ ਵੀ ਬੇਸਿੱਟਾ ਰਹੇਗੀ, ਬੇਨਤੀਜਾ ਰਹੇਗੀ। ਅਜੇ ਇਹ ਸਵਾਲ ਬਰਕਰਾਰ ਹੈ। ਫਿਲਹਾਲ ਬ੍ਰੇਕ ਲਈ ਗਈ ਹੈ ਤੇ ਬ੍ਰੇਕ ਤੋਂ ਬਾਅਦ ਮੁੜ ਤੋਂ 11ਵੇਂ ਗੇੜ ਦੀ ਗੱਲਬਾਤ ਸ਼ੁਰੂ ਹੋਵੇਗੀ। ਮੁੜ ਰੁਕ ਕਰਦੇ ਹਾਂ ਵਿਗਿਆਨ ਭਵਨ ਦਾ ਪੰਕਜ ਕਪਾਹੀ ਦਾ। ਪੰਕਜ, ਕੀ ਅਪਡੇਟ? ਬਿਲकुल इस ਵੇਲੇ जो जानकारी मिल रही है कि खेतीबाड़ी मंत्री नरिंदर सिंह तोमर होरा ने दो तुक ਜਿਹੜਾ ब्रेक लैन तो पहला इस गल का जिक्र किया। उन्होंने कहा कि किसान जथेबंदियां जो हैं वो झूठ बोल रही हैं, लोगों को गुमराह कर रही हैं। अगर मीटिंग के अंदर प्रस्ताव जो है वो रखा गया था तो मीटिंग के अंदर ही आपको बताना चाहिए था कि आप इसको रद्द करना चाहते हैं या फिर आप इसको जो है वो सही करना चाहते हैं। तो इसको लेकर जथेबंदियां ने कहा कि असी मीडिया के सामने कोई गलबात नहीं की, मीडिया ने सवाल पूछे सीगे। तो उस वेले नरिंदर सिंह तोमर होरां ने डॉक्टर दर्शनपाल दा वो प्रैस रिलीज दिखाया, जिस प्रैस रिलीज जिहड़ा जारी किया गया। उन्होंने कहा कि तुसी मीटिंग करते हो और मीटिंग तो बाद प्रैस रिलीज
ਬਕਾਇਦਾ ਤੌਰ ਤੇ ਜਾਰੀ ਕਰਦੇ ਹੋ ਕਿ ਸਰਕਾਰ ਦੇ ਇਹਨਾਂ ਪ੍ਰਸਤਾਵਾਂ ਨੂੰ ਅਸੀਂ ਰਿਜੈਕਟ ਕਰ ਰਹੇ ਹਾਂ, ਤੁਸੀਂ ਝੂਠ ਬੋਲ ਰਹੇ ਹੋ, ਔਰ ਇਸ ਗੱਲ ਦਾ ਜ਼ਿਕਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਇੱਕ ਵਾਰ ਫਿਰ ਤੋਂ ਤੁਸੀਂ ਵਿਚਾਰ ਕਰ ਲਓ ਔਰ ਇਸ ਤਰੀਕੇ ਨਾਲ ਲੋਕਾਂ ਨੂੰ ਗਲਤ ਟਰੈਕ ਤੇ ਨਾ ਲੈ ਕੇ ਜਾਓ, ਤੁਸੀਂ ਗਲਤ ਕਰ ਰਹੇ ਹੋ। ਇਹ ਨਰਿੰਦਰ ਸਿੰਘ ਤੋਮਰ ਅੱਜ ਤਲਖ ਤੇਵਰ 'ਚ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਅਗਰ ਕਾਨੂੰਨ ਪ੍ਰਸਤਾਵ ਸਰਕਾਰ ਦੇ ਪ੍ਰਸਤਾਵ ਨੂੰ ਰਿਜੈਕਟ ਕਰਨਾ ਸੀ ਤਾਂ ਤੁਸੀਂ ਮੀਟਿੰਗ 'ਚ ਆ ਕੇ ਰਿਜੈਕਟ ਕਰਦੇ, ਤੁਸੀਂ ਮੀਡੀਆ ਦੇ ਸਾਹਮਣੇ ਕਿਉਂ ਗੱਲ ਰੱਖੀ, ਤੁਸੀਂ ਬਾਹਰ ਆ ਕੇ ਕਿਉਂ ਇਸ ਗੱਲ ਦਾ ਜ਼ਿਕਰ ਕੀਤਾ। ਔਰ ਜਦੋਂ ਬਕਾਇਦਾ ਤੌਰ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਮੀਡੀਆ ਦੇ ਸਾਹਮਣੇ ਕੋਈ ਗੱਲ ਨਹੀਂ ਰੱਖੀ, ਮੀਡੀਆ ਨੇ ਸਵਾਲ ਪੁੱਛੇ ਸੀ, ਉਸ ਦਾ ਜਵਾਬ ਦੇਣਾ ਪਿਆ, ਤਾਂ ਫਿਰ ਪ੍ਰੈਸ ਰਿਲੀਜ਼ ਬਾਰੇ ਜੋ ਡਾਕਟਰ ਦਰਸ਼ਨਪਾਲ ਦਾ ਪ੍ਰੈਸ ਰਿਲੀਜ਼ ਸੀਗਾ ਉਸ ਦਾ ਕਿਹਾ ਕਿ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਕਿ ਸਾਡੇ ਕੋਲ ਇਸ ਦੀ ਕਾਪੀ ਹੈ, ਇਹ ਕਾਪੀ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਤੁਹਾਡੇ ਵੱਲੋਂ ਇਹ ਪ੍ਰੈਸ ਰਿਲੀਜ਼ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ, ਤੁਸੀਂ ਅੰਦੋਲਨ ਨੂੰ ਗਲਤ ਟਰੈਕ ਤੇ ਲੈ ਕੇ ਜਾ ਰਹੇ ਹੋ ਔਰ ਇਹ ਸਹੀ ਨਹੀਂ ਹੋਏਗਾ। ਇਸ ਗੱਲ ਦਾ ਜ਼ਿਕਰ ਬਕਾਇਦਾ ਤੌਰ ਤੇ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਕਿਹਾ ਔਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਤੁਸੀਂ 10 ਮਿੰਟ ਦੀ ਬ੍ਰੇਕ ਲੈ ਲਓ, ਉਸ ਦੇ ਵਿੱਚ ਵਿਚਾਰ ਵਟਾਂਦਰਾ ਕਰ ਲਓ ਔਰ ਉਸ ਤੋਂ ਬਾਅਦ ਮੀਟਿੰਗ ਅੱਗੇ ਸ਼ੁਰੂ ਕਰਾਂਗੇ। ਇਹ ਦੋ ਟੁਕ ਜਿਹੜੇ ਨੇ ਉਹ ਖੇਤੀਬਾੜੀ ਮੰਤਰੀ ਨੇ ਹੁਣ ਸਾਫ਼ ਤੌਰ ਤੇ ਕਿਸਾਨ ਆਗੂਆਂ ਦੇ ਸਾਹਮਣੇ ਗੱਲ ਕਹੀ ਹੈ। ਪਰਮਿੰਦਰ ठीक है पंकज लगातार बने रहो, अपने लिए फिर थोड़ा रुख करते हैं। सो प्रेस रिलीज का हवाला दिता गया किसानों के वालों, किसान जथेबंदियों के वालों यह हवाला दिता गया जिहड़ा प्रेस रिलीज कल जारी किया गया, जिस दे विच साफ कहा सीगा किसानों ने कि जिहड़ा केंद्र का प्रस्ताव है सानू मंजूर नहीं है, उसका बकायदा हवाला दिता गया। पर केंद्रीय खेतीबाड़ी मंत्री नरिंਦਰ तोमर ने साफ तौर पर यह कहा कि जेकर तुहानू सरकार का प्रस्ताव मंजूर नहीं सीगा तां बैठक दे विच गल रखनी चाहिए सी, बैठक दे विच उसनू रद्द करना चाहिए सीगा। पर किसानों ने साफ तौर पर कहा कि उस तो बाद किसानों के वालों विचार किया गया, लंबा मंथन किया गया, तो इस बैठक के विच किसानों के वालों उस प्रेस रिलीज का हवाला दिता गया जिस ते कि दस्तखत सन डॉक्टर दर्शनपाल दे जिहड़े कि किसान आगू ने, उस दे विच बकायदा लिखा गया सीगा कि सरकार का प्रस्ताव बिल्कुल रद्द किया जाता है, तो जिहड़ा MSP है MSP नूं कानूनी रूप दिता जाए, उसे ही प्रेस रिलीज का इस मीटिंग दे विच बैठक दे विच हवाला दिता गया है। तो साफ कर दिता है किसान जथेबंदियां ने केंद्रीय खेतीबाड़ी मंत्री दे अगे कि जिहड़ा सरकार दे वल्लों 10वें गेड़ की बैठक दे विच प्रस्ताव दिता गया सीगा ਉਹ ਸਾਨੂੰ ਮਨਜ਼ੂਰ ਨਹੀਂ ਹੈ। ਖੇਤੀ ਕਾਨੂੰਨ ਰੱਦ ਹੋਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਉਹ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ, ਦਿੱਲੀ ਦੇ ਬਾਰਡਰਾਂ ਤੇ ਬਣੇ ਰਹਿਣਗੇ। ਫਿਲਹਾਲ ਛੋਟੀ ਜੀ ਬ੍ਰੇਕ ਲਈ ਗਈ ਹੈ, अलग मीटिंग की जा रही है, केंद्रीय मंत्रियों के वालों अलग विचार किया जा रहा है, जिस तो बाद मुड़ तो गलबात शुरू होगी, गलबात का सिलसिला अगे बढ़ेगा। पर फिलहाल की जेकर गल की जाए जिथे कि सब तो पहला रुलदू सिंह की गड्डी का मुद्दा चुकया गया, जिहड़ा कि शीशा तोड़िया गया, वो मुद्दा चुकया गया। उस तो बाद किसानों ने साफ कर दिता है कि जिहड़ा सरकार के वालों प्रस्ताव दिता गया सीगा वो सानू मंजूर नहीं है, जिसनूं लैके बकायदा प्रेस रिलीज का हवाला दिता गया, उस दे बारे जानकारी दी गई केंद्रीय खेतीबाड़ी मंत्री नरिंਦਰ तोमर नूं। पर केंद्रीय खेती मंत्री ने कहा कि जे तुहानू ये मंजूर नहीं सीगा तां बैठक दे विच ही उस दे बारे गल करनी चाहिए सीगी। केंद्रीय खेतीबाड़ी मंत्री नरिंਦਰ तोमर ने यह सवाल किया है। सो लगातार ये मुद्दा फिलहाल गरमाया होया, किसानों ने अपना स्टैंड बिल्कुल स्पष्ट कर दिता है कि जदों तक खेती कानून रद्द नहीं होंदे उदों तक उन्हां दा संघर्ष जारी रहेगा। सो मीटिंग दे विच खेती मंत्री दे तलख तेवर भी नजर आए। खेतीबाड़ी मंत्री दा किसानों नूं सवाल किया गया उन्हां दे वल्लों कि सरकार तो पहला मीडिया नूं क्यों दस्सिया फैसला, उन्होंने सीधे तौर पर कहा कि मीडिया नूं इस बारे क्यों जानकारी दी गई। तोमर ने मीटिंग दे विच किसानों का प्रेस नोट विखाया, पहला सरकार नूं दसना चाहिए सी अपना फैसला। उन्होंने कहा कि मीडिया नूं दसण तो पहला सरकार नूं उन्हां दे वल्लों अपना फैसला दसना चाहिए सी, मीडिया नूं इस बारे जानकारी क्यों दी गई। ਇਹ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ, ਕਿਉਂਕਿ ਕੱਲ ਪ੍ਰੈਸ ਰਿਲੀਜ਼ ਵੀ ਜਾਰੀ ਕੀਤਾ ਜਾਂਦਾ ਹੈ ਤੇ ਕੁਝ ਆਗੂਆਂ ਦੇ ਵੱਲੋਂ ਜਿਵੇਂ ਕਿ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹ ਦੇ ਵੱਲੋਂ ਮੀਡੀਆ ਦੇ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤੇ ਇਸ ਤੇ ਕੇਂਦਰੀ ਖੇਤੀ ਮੰਤਰੀ ਨੇ ਇਤਰਾਜ਼ ਜਤਾਇਆ। ਖੇਤੀਬਾੜੀ ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਸਿੱਧੇ ਤੌਰ ਤੇ ਸਵਾਲ ਕੀਤਾ ਗਿਆ, ਸਰਕਾਰ ਤੋਂ ਪਹਿਲਾਂ ਮੀਡੀਆ ਨੂੰ ਇਹ ਫੈਸਲੇ ਬਾਰੇ ਜਾਣਕਾਰੀ ਕਿਉਂ ਦਿੱਤੀ ਗਈ। ਤੋਮਰ ਨੇ ਮੀਟਿੰਗ ਦੇ ਵਿੱਚ ਕਿਸਾਨਾਂ ਦਾ प्रेस नोट भी विखाया है, प्रेस नोट के बारे भी जानकारी दी गई नरिंਦਰ तोमर के वालों। पहला सरकार नूं दसना चाहिए सी अपना फैसला। केंद्रीय खेतीबाड़ी मंत्री ने किसानों नूं कहा कि जिहड़ा सरकार किसानों के वालों फैसला लिया गया सीगा प्रस्ताव नूं लैके उस दे बारे पहला सरकार नूं जानकारी ਦਿੱਤੀ ਜਾਣੀ ਚਾਹੀਦੀ ਸੀਗੀ ਤੇ ਜਿਸ ਤੋਂ ਬਾਅਦ ਚ ਇਹ ਬ੍ਰੇਕ ਲੈ ਲਈ ਗਈ ਹੈ। ਬ੍ਰੇਕ ਤੋਂ ਬਾਅਦ ਚ ਮੁੜ ਤੋਂ ਗੱਲਬਾਤ ਅੱਗੇ ਵਧੇਗੀ, ਗੱਲਬਾਤ ਕਿਹੜੇ ਪਾਸੇ ਨੂੰ ਵਧੇਗੀ, ਕੀ ਕਦਮ ਕੋਈ ਅੱਗੇ ਵੱਧਦਾ ਹੈ ਜਾਂ ਨਹੀਂ, ਇਹ ਜੇ ਸਵਾਲ ਹੈ ਜਿਸ ਨੂੰ ਲੈ ਕੇ ਲਗਾਤਾਰ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਪਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜੇ ਸਰਕਾਰ ਦੇ ਪ੍ਰਸਤਾਵ ਆ ਉਹ ਸਾਨੂੰ ਮਨਜ਼ੂਰ ਨਹੀਂ ਹੈ, ਖੇਤੀ ਕਾਨੂੰਨ ਰੱਦ ਕੀਤੇ ਜਾਣ। ਜਦੋਂ ਤੱਕ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸਾਨੀ ਸੰਘਰਸ਼, ਕਿਸਾਨੀ ਅੰਦੋਲਨ ਇਸੇ ਤਰ੍ਹਾਂ ਜਾਰੀ रहेगा।
ਪਰ 11ਵੇਂ ਗੇੜ ਦੀ ਮੀਟਿੰਗ ਦੇ ਵਿੱਚ ਬੈਠਕ ਦੇ ਵਿੱਚ ਖੇਤੀ ਮੰਤਰੀ ਦੇ ਤਲਖ ਤੇਵਰ ਵੀ ਨਜ਼ਰ ਆਏ ਨੇ। ਖੇਤੀਬਾੜੀ ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਸਿੱਧੇ ਤੌਰ ਤੇ ਸਵਾਲ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਤੋਂ ਪਹਿਲਾਂ ਮੀਡੀਆ ਨੂੰ ਫੈਸਲੇ ਬਾਰੇ ਜਾਣਕਾਰੀ ਕਿਉਂ ਦਿੱਤੀ ਗਈ। ਤੋਮਰ ਦੇ ਵੱਲੋਂ ਬਕਾਇਦਾ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਪ੍ਰੈਸ ਨੋਟ ਵੀ ਵਿਖਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਸੀ, ਮੀਡੀਆ ਨੂੰ ਪਹਿਲਾਂ ਜਾਣਕਾਰੀ ਕਿਉਂ ਦਿੱਤੀ ਗਈ। ਇਹ ਇਤਰਾਜ਼ ਜਤਾਇਆ ਗਿਆ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ। ਹਾਲਾਂਕਿ ਕੱਲ ਕਿਸਾਨ ਜਥੇਬੰਦੀਆਂ ਦਾ ਲੰਬਾ ਮੰਥਨ ਚੱਲਿਆ, ਉਸ ਤੋਂ ਬਾਅਦ ਚ ਪ੍ਰੈਸ ਰਿਲੀਜ਼ ਜਾਰੀ ਕੀਤਾ ਜਾਂਦਾ ਹੈ ਤੇ ਕੁਝ ਆਗੂ ਜਿਵੇਂ ਬਲਬੀਰ ਸਿੰਘ ਰਾਜੇਵਾਲ ਤੇ ਜੋਗਿੰਦਰ ਸਿੰਘ ਉਰਾਹਾਂ ਦੇ ਵੱਲੋਂ ਮੀਡੀਆ ਨੂੰ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸਰਕਾਰ ਦਾ ਪ੍ਰਸਤਾਵ ਕਿਸਾਨਾਂ ਦੇ ਵੱਲੋਂ, ਕਿਸਾਨ ਜਥੇਬੰਦੀਆਂ ਦੇ ਵੱਲੋਂ ਰੱਦ ਕੀਤਾ ਜਾਂਦਾ ਹੈ। ਸਿੱਧਾ ਰੁਖ ਕਰਦੇ ਹਾਂ ਵਿਗਿਆਨ ਭਵਨ ਦਾ ਗਰਾਊਂਡ ਜ਼ੀਰੋ ਦਾ ਪੰਕਜ ਕਪਾਹੀ ਲਗਾਤਾਰ ਬਣੇ ਹੋਏ ਨੇ। ਜੀ ਪੰਕਜ, ਹੋਰ ਕੀ ਅਪਡੇਟ ਤੁਹਾਡੇ ਕੋਲ? ਇਸ ਵੇਲੇ ਤਿੰਨੋਂ ਮੰਤਰੀ ਜਿਹੜੇ ਨੇ ਵਕਤ ਤੋਂ ਮੀਟਿੰਗ ਕਰ ਰਹੇ ਨੇ ਔਰ ਕਿਸਾਨ ਲੀਡਰ ਜਿਹੜੇ ਨੇ ਉਹ ਅਲੱਗ ਤੋਂ ਮੀਟਿੰਗ ਕਰ ਰਹੇ ਨੇ ਕਿ ਅੱਗੇ ਗੱਲਬਾਤ ਕਿਵੇਂ ਕੀਤੀ ਜਾਣੀ ਹੈ। ਪਹਿਲੀ ਵਾਰ ਹੈ ਕਿ ਮੀਟਿੰਗ ਦੇ ਸ਼ੁਰੂਆਤ ਦੇ 18 ਮਿੰਟ ਦੇ ਵਿੱਚ ਹੀ ਬ੍ਰੇਕ ਲੈਣੀ ਪਈ। ਬ੍ਰੇਕ ਲਿੱਤੀ ਗਈ ਔਰ ਬ੍ਰੇਕ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਖਫਾ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਤੁਸੀਂ ਗਲਤ ਟਰੈਕ ਤੇ ਜਾ ਰਹੇ ਹੋ, ਤੁਸੀਂ ਜਾਣਬੁੱਝ ਕੇ ਇਸ ਤਰੀਕੇ ਨਾਲ ਕਰ ਰਹੇ ਹੋ ਔਰ ਸਰਕਾਰ ਅਗਰ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ, ਸਰਕਾਰ ਅਤੇ ਕਿਸਾਨਾਂ ਦੇ ਵਿਚਲੀ ਗੱਲ ਹੈ, ਕਿਉਂ ਬਾਹਰ ਹਰ ਕਿਸੇ ਨੂੰ ਜਨਤਕ ਜਿਹੜੀ ਉਹ ਕੀਤੀ ਜਾਂਦੀ ਹੈ। ਅਗਰ ਤੁਸੀਂ ਪ੍ਰਪੋਜ਼ਲ ਰਿਜੈਕਟ ਕਰਨਾ ਸੀਗਾ ਤਾਂ ਇਹ ਅੱਜ ਮੀਟਿੰਗ 'ਚ ਆ ਕੇ ਰਿਜੈਕਟ ਕਰਦੇ। ਕੱਲ ਤੁਸੀਂ ਪ੍ਰਪੋਜ਼ਲ ਜਿਹੜਾ ਵੈ ਰਿਜੈਕਟ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਤਾਂ ਇਸ ਮੁਤਲਕ ਕਿਸਾਨ ਆਗੂਆਂ ਨੇ ਕਿਹਾ ਕਿ ਮੀਡੀਆ ਨੇ ਸਵਾਲ ਪੁੱਛੇ ਸੀ, ਅਸੀਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਡਾਕਟਰ ਦਰਸ਼ਨਪਾਲ ਦੇ ਉਸ ਪ੍ਰੈਸ ਰਿਲੀਜ਼ ਨੂੰ ਦਿਖਾਇਆ ਕਿ ਇਹ ਦੇਖੋ ਪ੍ਰੈਸ ਰਿਲੀਜ਼ ਦੀ ਸਾਡੇ ਕੋਲ ਕਾਪੀ ਹੈ, ਤੁਸੀਂ ਜਾਣਬੁੱਝ ਕੇ ਗਲਤ ਟਰੈਕ ਤੇ ਚੱਲ ਰਹੇ ਹੋ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਇਸ ਗੱਲ ਦਾ ਜ਼ਿਕਰ ਉਹਨਾਂ ਨੇ ਕੀਤਾ ਔਰ ਕਿਹਾ ਕਿ ਤੁਸੀਂ 10 ਮਿੰਟ ਦੀ ਬ੍ਰੇਕ ਲੈ ਲਓ, ਬ੍ਰੇਕ ਤੋਂ ਬਾਅਦ ਮੀਟਿੰਗ ਦੀ ਸ਼ੁਰੂਆਤ ਕੀਤੀ ਜਾਏਗੀ। ਔਰ ਇਸ ਵੇਲੇ ਵਿਗਿਆਨ ਭਵਨ ਦੇ ਅੰਦਰ ਇੱਕ ਵੱਖਰੇ ਕਮਰੇ ਦੇ ਵਿੱਚ ਤਿੰਨੋਂ ਮੰਤਰੀ ਮੀਟਿੰਗ ਕਰ ਰਹੇ ਨੇ ਤਾਂ ਦੂਜੇ ਪਾਸੇ ਲੰਚ ਬ੍ਰੇਕ ਦੇ ਵਿੱਚ ਕਿਸਾਨ ਆਗੂ ਵਿਚਾਰ ਕਰ ਰਹੇ ਨੇ, ਕਿਉਂਕਿ ਪਹਿਲੀ ਵਾਰ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਨੇ ਦੋ ਟੁਕ ਜਿਹੜਾ ਵੈ ਉਹ ਕਿਸਾਨ ਆਗੂਆਂ ਨੂੰ ਕਹਿ ਦਿੱਤਾ ਕਿ ਤੁਸੀਂ ਗਲਤ ਟਰੈਕ ਤੇ ਚੱਲ ਰਹੇ ਹੋ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਔਰ ਇਸ ਤਰੀਕੇ ਨਾਲ ਗੱਲ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਪੰਕਜ ਬ੍ਰੇਕ ਕਿੰਨੀ ਕੁ ਲੰਬੀ ਚੱਲ ਸਕਦੀ ਹੈ? ਮੁੜ ਤੋਂ ਕਦੋਂ ਰਾਬਤਾ ਸ਼ੁਰੂ ਹੋ ਸਕਦਾ ਹੈ? ਦੇਖੋ ਇਸ ਵੇਲੇ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਤਿੰਨੇ ਲੀਡਰ ਜਿਹੜੇ ਮੰਤਰੀ ਨੇ ਉਹ ਮੀਟਿੰਗ ਵਕਤ ਤੋਂ ਕਰ ਰਹੇ ਨੇ, ਉਹ ਕਿਸ ਦੇ ਨਾਲ ਗੱਲਬਾਤ ਕਰ ਰਹੇ ਨੇ, ਕਿ ਹੋਮ ਮਿਨਿਸਟਰ ਨਾਲ ਵੀ ਗੱਲਬਾਤ ਟੈਲੀਫੋਨ ਤੇ ਹੋ ਰਹੀ ਹੈ ਜਾਂ ਫਿਰ ਕਿਸਾਨ ਜਥੇਬੰਦੀਆਂ ਕੀ ਵਿਚਾਰ ਕਰਦੀਆਂ, ਕਿਉਂਕਿ ਅਸੀਂ ਦੇਖਿਆ ਕਿ ਜਦੋਂ ਵੀ ਬ੍ਰੇਕ ਹੋਈ ਹੈ ਉਸ ਵੇਲੇ ਸੋਮ ਪ੍ਰਕਾਸ਼ ਵਿੱਚ ਦਾ ਰਾਹ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਸੋਮ ਪ੍ਰਕਾਸ਼ ਇਨਫੋਰਮਲ ਜਿਹੜਾ ਹੈ ਠੀਕ ਹੈ ਪੰਕਜ, ਲਗਾਤਾਰ ਬਣੇ ਰਹੋ, ਆਪਣੇ ਲਈ ਫਿਰ ਤੁਹਾਡਾ ਰੁਖ ਕਰਾਂਗੇ। ਸੋ ਸਾਫ਼ ਤੌਰ ਤੇ ਜਿਹੜਾ ਕਿ ਪ੍ਰਸਤਾਵ ਰੱਦ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਤਲਖ ਤੇਵਰ ਵੀ ਨਜ਼ਰ ਆਏ ਨੇ। ਖੇਤੀਬਾੜੀ ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਸਵਾਲ ਕੀਤਾ ਗਿਆ ਕਿ ਜੇਕਰ ਉਹਨਾਂ ਨੇ ਸਰਕਾਰ ਦਾ ਪ੍ਰਸਤਾਵ ਰੱਦ ਕਰਨਾ ਸੀਗਾ ਤੇ ਇਸ ਬਾਰੇ ਜਾਣਕਾਰੀ ਸਿੱਧੇ ਤੌਰ ਤੇ ਅੱਜ ਦੀ ਬੈਠਕ ਦੇ ਵਿੱਚ ਦਿੱਤੀ ਜਾਣੀ ਚਾਹੀਦੀ ਸੀ। ਉਹਨਾਂ ਨੇ ਇਸ ਗੱਲ ਤੇ ਇਤਰਾਜ਼ ਜਤਾਇਆ ਕਿ ਸਰਕਾਰ ਤੋਂ ਪਹਿਲਾਂ ਮੀਡੀਆ ਨੂੰ ਆਪਣੇ ਫੈਸਲੇ ਬਾਰੇ ਜਾਣਕਾਰੀ ਕਿਉਂ ਦਿੱਤੀ ਗਈ। ਜਿਹੜਾ ਪ੍ਰੈਸ ਨੋਟ ਪ੍ਰੈਸ ਰਿਲੀਜ਼ ਜਾਰੀ ਕੀਤਾ ਜਾਂਦਾ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ, ਤੋਮਰ ਦੇ ਵੱਲੋਂ ਮੀਟਿੰਗ ਦੇ ਵਿੱਚ ਉਸ ਨੂੰ ਵੀ ਵਿਖਾਇਆ ਜਾਂਦਾ ਹੈ, ਉਸ ਦਾ ਵੀ ਹਵਾਲਾ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਨੂੰ ਆਪਣਾ ਫੈਸਲਾ ਦੱਸਣਾ ਚਾਹੀਦਾ ਸੀਗਾ, ਮੀਟਿੰਗ ਦੇ ਵਿੱਚ ਆਪਣਾ ਇਤਰਾਜ਼ ਜ਼ਾਹਿਰ ਕਰਨਾ ਚਾਹੀਦਾ ਸੀਗਾ, ਪ੍ਰਸਤਾਵ ਤੇ ਜਿਹੜਾ ਵੀ ਫੈਸਲਾ ਸੀਗਾ ਕਿਸਾਨਾਂ ਦਾ ਉਹ ਮੀਟਿੰਗ ਦੇ ਵਿੱਚ, ਅੱਜ ਦੀ ਬੈਠਕ ਦੇ ਵਿੱਚ ਉਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ, ਪਰ ਮੀਡੀਆ ਨੂੰ ਪਹਿਲਾਂ ਜਾਣਕਾਰੀ ਕਿਉਂ ਦਿੱਤੀ ਗਈ, ਇਹ ਸਵਾਲ ਖੜੇ ਕੀਤੇ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ। ਸੋ ਫਿਲਹਾਲ ਬ੍ਰੇਕ ਚੱਲ ਰਹੀ ਹੈ, ਬ੍ਰੇਕ ਤੋਂ ਬਾਅਦ ਮੁੜ ਤੋਂ ਗੱਲਬਾਤ ਸ਼ੁਰੂ ਹੋਵੇਗੀ। ਅਲੱਗ ਆਪਣੇ ਪੱਧਰ ਤੇ ਕੇਂਦਰੀ ਮੰਤਰੀ ਗੱਲਬਾਤ ਕਰ ਰਹੇ ਨੇ, ਮੀਟਿੰਗ ਕਰ ਰਹੇ ਨੇ, ਕਿਸਾਨਾਂ ਦੇ ਵੱਲੋਂ ਆਪਣੇ ਪੱਧਰ ਤੇ ਪੂਰੀ ਗੱਲਬਾਤ ਕੀਤੀ ਜਾ ਰਹੀ ਹੈ, ਚਰਚਾ ਕੀਤੀ ਜਾ ਰਹੀ ਹੈ ਤੇ ਹੁਣ ਅੱਗੇ ਕਿਸ ਟਰੈਕ ਤੇ ਗੱਲ ਪਹੁੰਚਦੀ ਹੈ, ਕਿਹੜੇ ਪਾਸੇ ਕਦਮ ਵੱਧਦਾ ਹੈ, ਇਹ ਵੇਖਣਾ ਹੋਵੇਗਾ। ਸਿੱਧਾ ਰੁਖ ਕਰਦੇ ਹਾਂ ਮੁੜ ਤੋਂ ਵਿਗਿਆਨ ਭਵਨ ਦਾ। ਪੰਕਜ, ਕੀ ਹੋਰ ਅਪਡੇਟ? ਦੇਖੋ ਇਸ ਵੇਲੇ ਬ੍ਰੇਕ ਚੱਲ ਰਹੀ ਹੈ ਔਰ ਬ੍ਰੇਕ ਤੋਂ ਬਾਅਦ ਹੀ ਤਸਵੀਰ ਸਾਫ਼ ਹੋਏਗੀ ਕਿ ਮੀਟਿੰਗ ਦੀ ਅਗਲੀ ਰੂਪਰੇਖਾ ਕਿਸ ਤਰੀਕੇ ਦੀ ਰਹਿਣ ਵਾਲੀ ਹੈ, ਕਿਉਂਕਿ ਨਾਰਾਜ਼ ਜਿਹੜੇ ਨੇ ਉਹ ਖੇਤੀਬਾੜੀ ਮੰਤਰੀ ਨਜ਼ਰ ਆ ਰਹੇ ਨੇ। ਖੇਤੀਬਾੜੀ ਮੰਤਰੀ ਨੇ ਪ੍ਰੈਸ ਰਿਲੀਜ਼ ਦਾ ਹਵਾਲਾ ਦਿੱਤਾ, ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਤਰੀਕੇ ਦੇ ਨਾਲ ਬਰਦਾਸ਼ਤ ਜਿਹੜਾ ਵਾ ਉਹ ਨਹੀਂ ਕੀਤਾ ਜਾਏਗਾ ਔਰ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਕ੍ਰਿਸ਼ੀ ਸਚਿਵ ਸੰਜੇ ਅਗਰਵਾਲ ਦੀ ਵੀ ਤਲਖੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਸੀਗੀ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਉਂ ਮੀਡੀਆ ਦੇ ਵਿੱਚ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਜੋ ਗੱਲਬਾਤ ਚੱਲ ਰਹੀ ਹੈ ਉਸ ਨੂੰ ਰਿਜੈਕਟ ਕੀਤਾ ਜਾ ਰਿਹਾ ਹੈ, ਕਿਉਂ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ। ਔਰ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਦਰਸ਼ਨਪਾਲ ਹੋਰਾਂ ਦੇ ਵੱਲੋਂ ਬਕਾਇਦਾ ਤੌਰ ਤੇ
ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਸੀ ਜੋ ਬੇहद ਗਲਤ ਹੈ। ਇਸ ਨੂੰ ਬਰਦਾਸ਼ਤ ਜਿਹੜਾ ਵਾ ਉਹ ਨਹੀਂ ਕੀਤਾ ਜਾ ਸਕਦਾ ਔਰ ਇਸੇ ਵਜ੍ਹਾ ਕਰਕੇ ਬ੍ਰੇਕ ਜਿਹੜੀ ਹੈ ਉਹ ਲਿੱਤੀ ਗਈ ਹੈ ਔਰ ਇਸੇ ਗੱਲ ਵਜ੍ਹਾ ਕਰਕੇ ਨਾਰਾਜ਼ਗੀ ਜਿਹੜੀ ਹੈ ਉਹ ਨਜ਼ਰ ਸਾਹਮਣੇ ਆਈ ਹੈ ਔਰ ਪਹਿਲੀ ਵਾਰ ਹੈ ਕਿ ਇਸ ਤਰੀਕੇ ਦੇ ਨਾਲ ਤਲਖੀ ਸਰਕਾਰ ਵੱਲੋਂ ਦੇਖਣ ਨੂੰ ਮਿਲੀ ਹੋਵੇ। ਇਸੇ ਤਰੀਕੇ ਦੇ ਨਾਲ ਨਾਰਾਜ਼ਗੀ ਜਿਹੜੀ ਹੈ ਉਹ ਸਾਫ਼ ਤੌਰ ਤੇ ਨਜ਼ਰ ਸਾਹਮਣੇ ਆਈ ਹੈ ਔਰ ਇਸੇ ਵਜ੍ਹਾ ਕਰਕੇ 18 ਮਿੰਟਾਂ ਦੇ ਵਿੱਚ ਹੀ ਬ੍ਰੇਕ ਜਿਹੜੀ ਹੈ ਉਹ ਸਾਹਮਣੇ ਆਈ ਹੈ। ਪੰਕਜ, ਜਿਵੇਂ ਖੇਤੀਬਾੜੀ ਮੰਤਰੀ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਕਿ ਮੀਡੀਆ ਨੂੰ ਪਹਿਲਾਂ ਜਾਣਕਾਰੀ ਕਿਉਂ ਦਿੱਤੀ ਗਈ, ਇਸ ਤੋਂ ਬਾਅਦ ਚ ਕਿਸਾਨਾਂ ਦੇ ਵੱਲੋਂ ਵੀ ਕੋਈ ਜਵਾਬ ਦਿੱਤਾ ਗਿਆ, ਕੇਂਦਰੀ ਖੇਤੀਬਾੜੀ ਮੰਤਰੀ ਨੂੰ ਕੋਈ ਪ੍ਰਤੀਕਿਰਿਆ ਦਿੱਤੀ ਗਈ? ਦੇਖੋ, ਬ੍ਰੇਕ ਤੋਂ ਬਾਅਦ ਹੀ ਤਸਵੀਰ ਜਿਹੜੀ ਉਹ ਸਾਫ਼ ਹੋਏਗੀ ਕਿਉਂਕਿ ਜਦੋਂ ਕਿਸਾਨਾਂ ਨੇ ਕਿਹਾ ਕਿ ਅਸੀਂ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਮੀਡੀਆ ਵੱਲੋਂ ਸਵਾਲ ਪੁੱਛੇ ਜਾਂਦੇ ਨੇ, ਉਸ ਦਾ ਜਵਾਬ ਜਿਹੜਾ ਵਾ ਉਹ ਦੇਣਾ ਪੈਂਦਾ ਵਾ। ਕੋਈ ਅਸੀਂ ਅਧਿਕਾਰਿਕ ਤੌਰ ਤੇ ਕੋਈ ਜਿਹੜਾ ਵਾ ਉਹ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਤਾਂ ਉਸ ਵੇਲੇ ਡਾਕਟਰ ਦਰਸ਼ਨਪਾਲ ਹੋਰਾਂ ਦੇ ਉਸ ਪ੍ਰੈਸ ਰਿਲੀਜ਼ ਦਾ ਜ਼ਿਕਰ ਹੋਇਆ ਜੋ ਪ੍ਰੈਸ ਰਿਲੀਜ਼ ਬਕਾਇਦਾ ਤੌਰ ਤੇ ਕੱਲ ਜਾਰੀ ਹੋਇਆ ਸੀ। ਉਹ ਪ੍ਰੈਸ ਰਿਲੀਜ਼ ਵੀ ਦਰਸ਼ਕਾਂ ਤੱਕ ਦਿਖਾਣੇ ਆ ਸੀ ਕਿ ਜੋ ਕੱਲ ਪ੍ਰੈਸ ਰਿਲੀਜ਼ ਬਕਾਇਦਾ ਤੌਰ ਤੇ ਜਾਰੀ ਹੋਇਆ ਸੀਗਾ ਔਰ ਉਸ ਗੱਲ ਨੂੰ ਲੈ ਕੇ ਨਾਰਾਜ਼ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਸਿਲਸਿਲੇਵਾਰ ਤਰੀਕੇ ਦੇ ਨਾਲ ਕਿਉਂਕਿ ਕੱਲ ਸ਼ਾਮ ਤਕਰੀਬਨ 8 ਵਜੇ ਦੇ ਕਰੀਬ ਕਿਸਾਨ ਆਗੂਆਂ ਦੇ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਹੋਇਆ ਸੀ ਜਿਸ ਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਅਸੀਂ ਸਰਕਾਰ ਦੇ ਉਸ ਪ੍ਰਪੋਜ਼ਲ ਨੂੰ ਰਿਜੈਕਟ ਕਰ ਰਹੇ ਹਾਂ ਜੋ ਸਰਕਾਰ ਨੇ ਪ੍ਰਪੋਜ਼ਲ ਭੇਜਿਆ ਸੀ। ਇਹ ਪ੍ਰਪੋਜ਼ਲ ਹੈ, ਇਸ ਦੇ ਵਿੱਚ ਸੁਖਜਿੰਦਰ ਤੁਸੀਂ ਇਹ ਤਸਵੀਰਾਂ ਵੀ ਦਿਖਾਓ। ਇਹ ਪ੍ਰੈਸ ਰਿਲੀਜ਼ ਜਿਹੜਾ ਵਾ ਇਹ ਕਿਸਾਨ ਆਗੂਆਂ ਵੱਲੋਂ ਕੱਲ ਜਾਰੀ ਕੀਤਾ ਗਿਆ ਸੀ। ਸੰਯੁਕਤ ਕਿਸਾਨ ਮੋਰਚਾ ਨੋਟ 58ਵਾਂ दिन 21 जनवरी 2021। इस दे विच पहली लाइन सी संयुक्त किसान मोर्चा की आम सभा में सरकार द्वारा कल रखे गए प्रस्ताव को अस्वीकार कर दिया गया यानी कि रिजेक्ट कर दिता गया है और इस दे विच नीचे जो है डॉक्टर दर्शनपाल संयुक्त किसान मोर्चा ये प्रेस रिलीज की कॉपी खेतीबाड़ी मंत्री ने किसान आगुआं नूं दिखाई। उन्होंने कहा कि ਤੁਸੀਂ ਕਹਿ ਰਹੇ ਹੋ ਕਿ ਅਧਿਕਾਰਿਕ ਤੌਰ ਤੇ ਗੱਲ ਨਹੀਂ ਕੀਤੀ ਤਾਂ ਫਿਰ ਇਹ ਪ੍ਰੈਸ ਰਿਲੀਜ਼ ਕਿਉਂ ਜਾਰੀ ਜਿਹੜਾ ਵਾ ਉਹ ਮੀਡੀਆ ਦੇ ਸਾਹਮਣੇ ਕੀਤਾ ਗਿਆ ਔਰ ਇਸੇ ਵਜ੍ਹਾ ਕਰਕੇ ਬ੍ਰੇਕ ਲੈਣੀ ਪਈ ਔਰ ਇਸ ਦਾ ਜਵਾਬ ਜਿਹੜਾ ਵਾ ਉਹ ਕਿਸਾਨ ਆਗੂਆਂ ਦੇ ਕੋਲ ਨਹੀਂ ਸੀਗਾ ਔਰ ਇਸੇ ਵਜ੍ਹਾ ਕਰਕੇ ਹੁਣ ਬ੍ਰੇਕ ਤੋਂ ਬਾਅਦ ਮੀਟਿੰਗ ਜਿਹੜੀ ਹੈ ਉਹ ਦੁਬਾਰਾ ਤੋਂ ਸ਼ੁਰੂ ਹੋਏਗੀ। ਠੀਕ ਹੈ ਪੰਕਜ, ਆਪਣੇ ਲਈ ਫਿਰ ਤੁਹਾਡਾ ਰੁਖ ਕਰਾਂਗੇ। ਸੋ ਮਹਿਜ਼ ਅੱਧੇ ਘੰਟੇ ਦੇ ਵਿੱਚ ਹੀ ਬ੍ਰੇਕ ਲੈਣੀ ਪਈ ਹੈ, ਇਹ ਵੀ ਬਹੁਤ ਘੱਟ ਹੋਇਆ ਹੁਣ ਤੱਕ ਦੀਆਂ ਬੈਠਕਾਂ ਦੇ ਵਿੱਚ ਕਿ ਅੱਧੇ ਘੰਟਾ ਹਜੇ ਮੀਟਿੰਗ ਚੱਲੀ ਸੀ, ਉਸ ਤੋਂ ਬਾਅਦ ਹੀ ਬ੍ਰੇਕ ਲੈਣੀ ਪਈ। ਮਹਿਜ਼ ਅੱਧੇ ਘੰਟੇ ਦੇ ਵਿੱਚ ਇਹ ਬ੍ਰੇਕ ਲਈ ਗਈ ਹੈ। ਮੀਟਿੰਗ ਦੇ ਵਿੱਚ ਖੇਤੀ ਮੰਤਰੀ